Welcome to my channel, my dear friends and my dear students. Today, our topic is A President Speaks. ਪਿਆਰੇ ਬੱਚਿਓ, ਅਬਦੁਲ ਕਲਾਮ ਸਾਹਿਬ ਨੂੰ ਕੌਣ ਨਹੀਂ ਜਾਣਦਾ। ਉਹ ਭਾਰਤ ਦੇ ਹੀ ਨਹੀਂ, ਵਿਸ਼ਵ ਦੇ ਇੱਕ ਬਹੁਤ ਮਹਾਨ ਵਿਗਿਆਨਿਕ ਸਨ। ਉਹਨਾਂ ਨੂੰ ਮਿਜ਼ਾਈਲ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਉੱਘੇ ਲੇਖਕ ਹੋਏ ਹਨ, ਇੱਕ ਬਹੁਤ ਤਗੜੇ ਬੁਲਾਰੇ ਨੇ ਅਤੇ ਉਹਨਾਂ ਦੇ ਹੀ ਇੱਕ ਵਿਖਿਆਨ 'ਤੇ ਆਧਾਰਿਤ ਸਾਡੇ ਸਿਲੇਬਸ ਦੇ ਵਿੱਚ ਪਾਠ ਹੈ ਏ ਪ੍ਰੈਜ਼ੀਡੈਂਟ ਸਪੀਕਸ। ਪਿਆਰੇ ਬੱਚਿਓ, ਇਸ ਪਾਠ ਦੇ ਵਿੱਚ ਅਬਦੁਲ ਕਲਾਮ ਜੀ ਕਹਿੰਦੇ ਹਨ ਕਿ ਸਾਨੂੰ ਜੀਵਨ ਦੇ ਵਿੱਚ ਦੇਸ਼ ਦੇ ਲਈ 3 ਕੰਮ ਕਰਨੇ ਚਾਹੀਦੇ ਹਨ ਜਿਹੜੇ ਕਿ ਬਹੁਤ ਜ਼ਰੂਰੀ ਹਨ। ਸਭ ਨਾਲੋਂ ਪਹਿਲੇ ਤਾਂ ਹੈ ਸੁਤੰਤਰਤਾ। ਅਸਲ 'ਚ ਉਹਨਾਂ ਨੇ 3 ਸੁਪਨੇ ਦੇਖੇ। ਇਹ ਸੁਪਨੇ ਸਨ 3 ਜਿਹੜੇ ਸੁਪਨੇ ਸਨ ਉਹ ਸਨ ਸੁਤੰਤਰਤਾ, ਦੂਸਰਾ ਸੁਪਨਾ ਸੀ ਉਹਨਾਂ ਦਾ ਵਿਕਾਸ ਔਰ ਤੀਸਰਾ ਸੁਪਨਾ ਸੀ ਕਿ ਸਾਡਾ ਦੇਸ਼ ਤਾਕਤਵਰ ਹੋਏ, ਉਹ ਦੁਨੀਆ ਦੀਆਂ ਨਜ਼ਰਾਂ 'ਚ ਬਹੁਤ ਉੱਚਾ ਹੋਏ, ਸਵਾਵਲੰਬੀ ਹੋਏ ਅਤੇ ਉਸ ਦਾ ਮਾਣ ਇੱਜ਼ਤ ਸਤਿਕਾਰ ਹੋਏ। ਪਿਆਰੇ ਬੱਚਿਓ, ਇਸ ਵਿਆਖਿਆਨ ਦੀ ਸ਼ੁਰੂਆਤ ਕਲਾਮ ਜੀ ਨੇ ਇਤਿਹਾਸ ਤੋਂ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਨੇਕਾਂ ਹਮਲਾਵਰਾਂ ਨੇ ਸਾਡੇ ਦੇਸ਼ 'ਤੇ ਹਮਲੇ ਕੀਤੇ, ਸਾਡੀ ਸੰਸਕ੍ਰਿਤੀ ਨੂੰ ਨਸ਼ਟ ਕੀਤਾ, ਸਾਡੀ ਭਾਸ਼ਾ ਨੂੰ ਨਸ਼ਟ ਕੀਤਾ, ਸਾਡੇ ਵਸੀਲਿਆਂ ਨੂੰ ਨਸ਼ਟ ਕੀਤਾ ਅਤੇ ਲੁੱਟਮਾਰ ਕੀਤੀ। ਅਤੇ ਉਹ ਕਹਿੰਦੇ ਹਨ ਕਿ ਲੇਕਿਨ ਉਸ ਦੇ ਜਵਾਬ ਵਿੱਚ ਅਸੀਂ ਭਾਰਤ ਵਾਸੀ ਕਿਸੇ ਵੀ ਸੰਸਕ੍ਰਿਤੀ ਨੂੰ ਕਦੇ ਤਬਾਹ ਨਹੀਂ ਕੀਤਾ, ਕਿਸੇ ਦੀ ਭਾਸ਼ਾ 'ਤੇ ਕਦੇ ਹਮਲਾ ਨਹੀਂ ਬੋਲਿਆ, ਕਿਸੇ ਦੀ ਜ਼ਮੀਨ ਨੂੰ ਨਹੀਂ ਖੋਇਆ, ਕਿਉਂਕਿ ਅਸੀਂ ਸੁਭਾਅ ਤੋਂ ਹੀ ਸੁਤੰਤਰਤਾ ਪ੍ਰੇਮੀ ਹਾਂ ਅਤੇ ਦੂਸਰੇ ਦੀ ਸੁਤੰਤਰਤਾ ਦੀ ਵੀ ਉਨੀ ਇੱਜ਼ਤ ਕਰਦੇ ਹਾਂ। 3 ਸੁਪਨਿਆਂ ਦੇ ਬਾਰੇ ਵਿੱਚ ਜਿਹੜੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਹਾਂ, ਉਹ ਕੀ ਕਹਿੰਦੇ ਹਨ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾ ਸੀ ਕਿ ਸੁਤੰਤਰਤਾ ਹੋਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਭਾਰਤ ਬਾਰੇ ਉਸ ਦਾ ਪਹਿਲਾ ਸੁਪਨਾ ਜਿਹੜਾ ਹੈ ਉਹ ਸੁਤੰਤਰਤਾ ਦਾ ਹੈ। ਕਹਿੰਦੇ ਨੇ ਕਿ ਜਿਹੜਾ ਬੰਦਾ ਦੂਸਰੇ ਦੇ ਅਧੀਨ ਹੁੰਦਾ ਹੈ ਉਸ ਨੂੰ ਤਾਂ ਸੁਪਨੇ ਵਿੱਚ ਵੀ ਸੁੱਖ ਨਹੀਂ। ਠੀਕ ਹੈ, ਇਸ ਧਾਰਨਾ ਨੂੰ ਮੰਨਦੇ ਹੋਏ ਉਹ ਚਾਹੁੰਦੇ ਹਨ ਕਿ ਸਾਡੇ ਦੇਸ਼ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਸੁਤੰਤਰਤਾ ਆਏ ਅਤੇ ਉਸ ਲਈ ਉਹ 1857 ਤੋਂ ਦੇਸ਼ ਦੇ ਵਿੱਚ ਜਿਹੜੀ ਇੱਕ ਲਹਿਰ ਚੱਲੀ ਸੀ ਆਜ਼ਾਦੀ ਦੀ, ਉਸ ਦਾ ਵੀ ਜ਼ਿਕਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਡੀ ਸੁਤੰਤਰਤਾ ਦੇ ਵਾਸਤੇ ਸੰਘਰਸ਼ 1857 ਦੇ ਵਿੱਚ ਹੀ ਆਰੰਭ ਹੋ ਗਿਆ ਸੀ। ਇਹੀ ਸੁਤੰਤਰਤਾ ਹੈ ਜਿਸ ਦੀ ਰੱਖਿਆ ਅਸੀਂ ਕਰਨੀ ਹੈ। ਸਾਨੂੰ ਇਸ ਦਾ ਪੋਸ਼ਣ ਕਰਨਾ ਚਾਹੀਦਾ ਹੈ। ਇਸ ਦੇ ਉੱਪਰ ਭਾਰਤ ਦਾ ਭਵਿੱਖ ਜਿਹੜਾ ਹੈ ਟਿਕਿਆ ਹੋਇਆ ਹੈ। ਦੂਜਾ ਸੁਪਨਾ ਹੈ ਬੱਚੋ ਜਿਹੜਾ ਕਿ ਉਹਨਾਂ ਨੇ ਦੇਖਿਆ, ਉਹ ਹੈ ਵਿਕਾਸ ਦਾ। ਕਹਿੰਦੇ ਨੇ ਕਿ ਅਸੀਂ 50 ਸਾਲ ਤੋਂ ਬਹੁਤ ਵਿਕਾਸ ਕੀਤਾ ਹੈ। ਇਸ ਵਿੱਚ ਕੋਈ ਰਾਏ ਨਹੀਂ ਕਿ ਅਸੀਂ ਜਿਹੜੇ ਹੈ ਵਿਕਾਸ ਦੇ ਰਾਹ ਦੇ ਵਿੱਚ ਬਹੁਤ ਅੱਗੇ ਵਧੇ ਹਾਂ। ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਸ ਵਿੱਚ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਗ੍ਰੀਨ ਰੈਵੋਲਿਊਸ਼ਨ, ਵਾਈਟ ਰੈਵੋਲਿਊਸ਼ਨ, ਬਲੂ ਰੈਵੋਲਿਊਸ਼ਨ ਹਿੰਦੁਸਤਾਨ ਦੇ ਵਿੱਚ ਲੈ ਕੇ ਆਏ ਹਾਂ। ਗ੍ਰੀਨ ਰੈਵੋਲਿਊਸ਼ਨ ਦਾ ਮਤਲਬ ਹੈ ਕਿ ਅਸੀਂ ਜਿਹੜਾ ਹੈ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਏ ਹਾਂ, ਬਲਕਿ ਅੱਜ ਜਿਹੜਾ ਹੈ ਅਸੀਂ ਕੁਝ ਵਿਦੇਸ਼ਾਂ ਨੂੰ ਵੀ ਅਨਾਜ ਵੇਚਦੇ ਹਾਂ ਔਰ ਭੇਜਦੇ ਹਾਂ। ਵਾਈਟ ਰੈਵੋਲਿਊਸ਼ਨ ਦਾ ਮਤਲਬ ਹੈ ਦੁੱਧ ਤੋਂ। ਉਸ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਪਹਿਲੇ ਨੰਬਰ 'ਤੇ ਹਾਂ। ਅਤੇ ਬਲੂ ਰੈਵੋਲਿਊਸ਼ਨ ਦਾ ਮਤਲਬ ਹੈ ਮੱਛੀ ਪਾਲਣ ਉਦਯੋਗ ਤੋਂ ਹੈ। ਉਸ ਦੇ ਵਿੱਚ ਵੀ
ਸਾਡੀ ਜਿਹੜੀ ਹੈ ਯੋਗਦਾਨ ਬਹੁਤ ਚੰਗਾ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਅਸੀਂ ਦੁਨੀਆ ਦੇ ਵਿੱਚ ਪਹਿਲੇ ਨੰਬਰ 'ਤੇ ਹਾਂ ਰਿਮੋਟ ਸੈਂਸਿੰਗ ਸੈਟੇਲਾਈਟਸ ਦੇ ਵਿੱਚ। ਪਿਆਰੇ ਬੱਚਿਓ, ਲੇਕਿਨ ਕਲਾਮ ਜੀ ਹਾਲੇ ਵੀ ਜਿਹੜੇ ਨੇ ਜਿਹੜੀ ਤਰੱਕੀ ਦੇ ਰਾਹ 'ਤੇ ਚੱਲਣ ਦਾ ਸੱਦਾ ਦਿੰਦੇ ਹਨ कि अभी इश्क के इम्तिहान और भी हैं, कि अभी ਅਸੀਂ ਹਾਲੇ ਜਿਹੜਾ ਹੈ ਬਹੁਤ ਸਾਰੀ ਤਰੱਕੀ ਹੋਰ ਕਰਨੀ ਹੈ। ਠੀਕ ਹੈ, ਅਤੇ ਇਸ ਤੋਂ ਇਲਾਵਾ ਤੀਸਰਾ ਜਿਹੜਾ ਹੈ ਸੁਪਨਾ ਉਹਨਾਂ ਦਾ ਹੈ ਉਹ ਭਾਰਤ ਨੂੰ ਸਵਾਵਲੰਬੀ ਬਣਾਉਣਾ ਹੈ, ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ। ਠੀਕ ਹੈ, ਤਾਂ ਕਿ ਉਹ ਜਿਹੜਾ ਹੈ ਆਤਮ ਨਿਰਭਰਤਾ ਜਿਹੜੀ ਹੈ ਉਹ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਪਿਆਰੇ ਬੱਚਿਓ, ਜਿਹੜਾ ਮੁਲਕ ਜਿਹੜਾ ਦੇਸ਼ ਆਤਮ ਨਿਰਭਰ ਨਹੀਂ ਹੈ ਉਹ ਸੁਤੰਤਰ ਵੀ ਨਹੀਂ ਹੈ। ਅੱਜ ਕੱਲ੍ਹ ਜਿਹੜਾ ਮਾਡਰਨ ਟਰੈਂਡ ਚੱਲ ਰਿਹਾ ਹੈ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ, ਉਸ ਦੇ ਵਿੱਚ ਇੱਕ ਦੇਸ਼ ਦੂਸਰੇ ਦੇਸ਼ ਦੀ ਜ਼ਮੀਨ ਨੂੰ ਹੜਪਣਾ ਨਹੀਂ ਚਾਹੁੰਦਾ, ਉਸ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਦੇਣਾ ਚਾਹੁੰਦਾ ਹੈ, ਉਸ ਨੂੰ ਆਰਥਿਕ ਰੂਪ ਦੇ ਨਾਲ ਆਪਣਾ ਗੁਲਾਮ ਕਰ ਲੈਣਾ ਚਾਹੁੰਦਾ ਹੈ। ਇਸ ਨੂੰ ਇਕੋਨੋਮਿਕਲ ਇੰਪੀਰੀਅਲਿਜ਼ਮ ਦਾ ਨਾਮ ਦਿੱਤਾ ਗਿਆ ਕਿ ਗਰੀਬ ਦੇਸ਼ ਨੂੰ ਵਿਕਾਸ ਜਿਸ ਮੁਲਕ 'ਚ ਨਹੀਂ ਹੋਇਆ ਉਸ ਦੇਸ਼ ਨੂੰ ਇੰਨੇ ਕੁ ਸਮਾਨ ਅਤੇ ਪੈਸਾ ਦੇ ਦਿਓ ਕਿ ਉਹ ਤੁਹਾਡੇ ਥੱਲੇ ਲੱਗ ਜਾਏ। ਠੀਕ ਹੈ, ਸੋ ਉਹ ਆਤਮ ਨਿਰਭਰ ਅਤੇ ਆਤਮ ਵਿਸ਼ਵਾਸੀ ਰਾਸ਼ਟਰ ਦੇ ਰੂਪ ਵਿੱਚ ਹਿੰਦੁਸਤਾਨ ਨੂੰ ਦੇਖਣਾ ਚਾਹੁੰਦੇ ਹਨ। ਪਿਆਰੇ ਬੱਚਿਓ, ਇਸ ਦੇ ਨਾਲ ਹੀ ਲੇਖਕ ਇਹ ਕਹਿੰਦਾ ਹੈ ਕਿ ਪਤਾ ਨਹੀਂ ਕਿਉਂ ਸਾਡੇ ਦਿਮਾਗ ਦੇ ਵਿੱਚ ਵਿਦੇਸ਼ੀ ਵਸਤੂਆਂ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਮੋਹ ਹੈ। ਅਸੀਂ دیਵਾਨੇ ਹਾਂ, ਅਸੀਂ ਫੋਰਨ ਦੀ ਕਮੀਜ਼ ਪਾ ਕੇ, ਫੋਰਨ ਬ੍ਰਾਂਡ ਪਾ ਕੇ ਬਹੁਤ ਖੁਸ਼ ਹੁੰਦੇ ਹਾਂ। ਪਿਆਰੇ ਬੱਚਿਓ, ਇੱਥੇ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਲੇਖਕ ਅਬਦੁਲ ਕਲਾਮ, ਜਿਨ੍ਹਾਂ ਨੂੰ ਕਿ ਅਸੀਂ ਭਾਰਤ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ, ਜਿਹੜਾ ਕਿ ਸਾਡੇ ਦੇਸ਼ ਦਾ ਸਭ ਨਾਲੋਂ ਸਰਵਸ਼੍ਰੇਸ਼ਠ ਪੁਰਸਕਾਰ ਹੈ, ਉਹਨਾਂ ਦੇ ਕੋਲ ਨਾ ਤਾਂ TV ਸੀ, ਨਾ AC ਸੀ, ਨਾ ਕਾਰ ਸੀ। ਠੀਕ ਹੈ, ਔਰ ਇਹ ਜਿਹੜੀ ਵੀ ਕਾਰ ਦਾ ਜਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਸਨ ਉਹ ਸਰਕਾਰੀ ਸਨ, ਨਹੀਂ ਸੀ, ਕਦੇ ਨਹੀਂ ਇਹ ਚੀਜ਼ਾਂ ਇਹਨਾਂ ਨੇ ਖਰੀਦੀਆਂ। ਜਦੋਂ ਆਖਰੀ ਟਾਈਮ 'ਤੇ ਦੇਖਿਆ ਗਿਆ ਕਿ ਇਹ ਇੰਨੀ ਸਾਦਾ ਜ਼ਿੰਦਗੀ ਜੀ ਰਹੇ ਨੇ ਕਿ ਜਿਸ ਦੀ ਐਗਜ਼ਾਮਪਲ ਜਿਹੜੀ ਹੈ ਬਹੁਤ ਗਲੋਰੀਅਸ ਹੈ, ਸੁਨਹਿਰੀ ਅੱਖਰਾਂ 'ਚ ਲਿਖਣ ਵਾਲੀ ਹੈ। ਬੱਚਿਓ, ਉਸ ਤੋਂ ਸਾਨੂੰ ਪਾਠ ਵੀ ਲੈਣਾ ਚਾਹੀਦਾ। ਦੇਸ਼ ਦਾ ਰਾਸ਼ਟਰਪਤੀ, ਉਸ ਦੇ ਕੋਲ ਸਿਰਫ 6 ਪੈਂਟਸ, 4 ਸ਼ਰਟਸ ਅਤੇ 3 ਸੂਟਸ ਸੀ। ਠੀਕ ਹੈ, ਲੇਕਿਨ ਦੂਜੇ ਪਾਸੇ ਉਹਨਾਂ ਕੋਲ ਕੀ ਜਾਇਦਾਦ ਸੀ? ਉਹ ਸੀ ਉਹਨਾਂ ਦੇ ਕੋਲ ਇੱਕ ਬਹੁਤ ਵਧੀਆ ਲਾਇਬ੍ਰੇਰੀ, 2500 ਕਿਤਾਬਾਂ ਦੀ ਉਹਨਾਂ ਦੇ ਕੋਲ ਲਾਇਬ੍ਰੇਰੀ ਸੀ। ਦੇਖੋ ਬੱਚਿਓ, ਜਿਹੜੀ ਗੱਲ ਉਹਨਾਂ ਨੇ ਸਾਨੂੰ ਕਹੀ ਕਿ ਸਾਨੂੰ ਵਿਦੇਸ਼ੀ ਵਸਤੂਆਂ ਦਾ ਮੋਹ ਨਹੀਂ ਰੱਖਣਾ ਚਾਹੀਦਾ, ਉਹਨਾਂ ਦੇ دیਵਾਨੇ ਨਹੀਂ ਹੋਣਾ ਚਾਹੀਦਾ, ਅਤੇ ਉਹ ਆਪਣੇ ਵੀ ਜੀਵਨ ਦੇ ਵਿੱਚ ਉਹਨਾਂ ਨੇ ਉਤਾਰਿਆ ਹੋਇਆ ਸੀ। ਠੀਕ ਹੈ, ਅਤੇ ਤੀਸਰੀ ਗੱਲ ਜਿਹੜੀ ਉਹ ਕਹਿੰਦੇ ਨੇ, ਜਿਹੜੀ ਸਾਨੂੰ ਛੱਡਣੀ ਪਏਗੀ, ਉਹ ਇਹ ਹੈ ਕਿ ਵੀ ਆਰ ਫੁੱਲ ਆਫ ਕੰਪਲੇਂਟਸ, ਵੀ ਡੋਂਟ ਨੋ ਵਾਈ। ਕੰਪਲੇਂਟ ਅਗੇਂਸਟ ਐਵਰੀਥਿੰਗ, ਕੰਪਲੇਂਟ ਅਗੇਂਸਟ ਦਾ ਹੋਲ ਸਿਸਟਮ। ਹਾਂਜੀ, ਛੋਟੀਆਂ ਛੋਟੀਆਂ ਚੀਜ਼ਾਂ 'ਤੇ ਅਸੀਂ ਕੰਪਲੇਂਟ ਕਰਦੇ ਹਾਂ। ਨਗਰ ਨਿਗਮ ਸਫਾਈ ਨਹੀਂ ਕਰ ਰਹੀ, ਅਸੀਂ ਨਗਰ ਨਿਗਮ ਦੇ ਸਫਾਈ ਦੇ ਅਭਿਆਨ ਦੇ ਵਿੱਚ ਕਿੰਨਾ ਯੋਗਦਾਨ ਦਿੰਦੇ ਹਾਂ, ਕਦੇ ਨਹੀਂ ਸੋਚਦੇ। ਹਵਾਈ ਸੇਵਾਵਾਂ ਠੀਕ ਨਹੀਂ ਨੇ, ਹਾਂਜੀ, ਟ੍ਰੇਨਸ ਠੀਕ ਟਾਈਮ 'ਤੇ ਆ ਜਾ ਨਹੀਂ ਰਹੀਆਂ, ਡਾਕ ਪੱਤਰ ਆਪਣੇ ਪਤੇ 'ਤੇ ਕਦੇ ਨਹੀਂ ਪਹੁੰਚਦੇ। ਮਤਲਬ ਹਰ ਸਿਸਟਮ ਦੇ ਵਿੱਚ, ਸਰਕਾਰੀ ਤੰਤਰ ਦੇ ਸਿਸਟਮ ਵਿੱਚ ਜਾਂ ਸਮਾਜਿਕ ਤੰਤਰ ਦੇ ਸਿਸਟਮ ਦੇ ਵਿੱਚ ਅਸੀਂ ਕਦੇ ਵੀ ਜਿਹੜਾ ਹੈ ਕੰਪਲੇਂਟਸ ਕਰਦੇ ਹਾਂ, ਅਤੇ ਕਦੇ ਇਹ ਨਹੀਂ ਸੋਚਦੇ ਵੀ ਮੈਂ ਕਿੱਥੇ ਖੜ੍ਹਾ ਹੋ ਸਕਦਾ ਹਾਂ ਇਹਨਾਂ ਕੰਪਲੇਂਟਸ ਨੂੰ ਦੂਰ ਕਰਨ ਦੇ ਵਾਸਤੇ, ਮੈਂ ਕੁਛ ਯੋਗਦਾਨ ਦੇ ਸਕਦਾ ਜਾਂ ਨਹੀਂ ਦੇ ਸਕਦਾ। ਅਤੇ ਕਲਾਮ ਜੀ ਇਹ ਕਹਿੰਦੇ ਹਨ, ਸਾਨੂੰ ਸੱਦਾ ਦਿੰਦੇ ਹਨ ਕਿ ਸਾਨੂੰ ਕੰਪਲੇਂਟ
ਕਰਨ ਵਾਲੇ ਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕਿ ਇਸ ਦਾ ਨਿਵਾਰਨ ਮੈਂ ਕਿਸ ਤਰੀਕੇ ਨਾਲ ਕਰ ਸਕਦਾ ਹਾਂ। ਪਿਆਰੇ ਬੱਚਿਓ, ਇਸ ਤੋਂ ਇਲਾਵਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਜਿਹੜੀ ਕਿ ਸੋਚਣ ਵਾਲੀ ਹੈ। ਉਹ ਕਹਿੰਦੇ ਨੇ ਅਸੀਂ ਵਿਦੇਸ਼ਾਂ 'ਚ ਜਾਂਦੇ ਹਾਂ, ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ। ਜਿਸ ਤਰ੍ਹਾਂ ਹੀ ਸਾਡਾ ਜਹਾਜ਼ ਲੈਂਡ ਕਰਦਾ ਹੈ ਵਿਦੇਸ਼ ਦੇ ਵਿੱਚ, ਸਾਡੀ ਇੱਕ ਦਿੱਖ, ਸਾਡੀ ਇੱਕ ਪਰਸਨੈਲਿਟੀ, ਸਾਡੇ ਜਿਹੜੇ ਨੇ ਆਚਾਰ ਵਿਚਾਰ, ਸਾਡੇ ਕਾਨੂੰਨ ਦੇ ਪ੍ਰਤੀ ਸਨਮਾਨ ਜਿਹੜਾ ਹੈ ਬਿਲਕੁਲ ਬਦਲ ਜਾਂਦਾ ਹੈ। ਅਤੇ ਜਦੋਂ ਸਾਡਾ ਜਹਾਜ਼ ਦੁਬਾਰਾ ਆਪਣੇ ਦੇਸ਼ ਦੇ ਵਿੱਚ ਆਉਂਦਾ ਹੈ ਅਤੇ ਸਾਡੀ ਉਹੀ ਬੇਢੰਗੀ ਚਾਲ ਹੋ ਜਾਂਦੀ ਹੈ। ਪਿਆਰੇ ਬੱਚਿਓ, ਅਸੀਂ ਤਾਂ ਇਹ ਸੋਚਦੇ ਹਾਂ ਕਿ ਸਰਕਾਰ ਚੁਣ ਲਈ, ਮਤਦਾਨ ਕਰ ਦਿੱਤਾ ਅਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਅਸੀਂ ਸਰਕਾਰ ਦੇ ਉੱਪਰ ਸਿੱਟ ਦਿੱਤੀ। ਲੇਕਿਨ ਉਹ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਔਰ ਸਾਨੂੰ ਆਪਣੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਸਮਝਣੀਆਂ ਚਾਹੀਦੀਆਂ ਹਨ। ਸਮਾਜਿਕ ਕੁਰੀਤੀਆਂ ਨੂੰ, ਸਮਾਜਿਕ ਬੁਰਾਈਆਂ ਨੂੰ, ਜਿਸ ਤਰ੍ਹਾਂ ਦਹੇਜ ਦੀ ਹੈ, ਕੰਨਿਆਵਾਂ ਦੇ ਨਾਲ ਜਿਹੜੇ ਅਸੀਂ ਵਿਤਕਰੇ ਕਰਦੇ ਹਾਂ, ਜੈਂਡਰ ਬਾਇਸ ਬਹੁਤ ਜ਼ਿਆਦਾ, ਠੀਕ ਹੈ, ਅਤੇ ਉਹਨਾਂ ਦੇ ਖਿਲਾਫ ਸਾਨੂੰ ਵਿਵਹਾਰਿਕ ਰੂਪ ਦੇ ਵਿੱਚ ਲੜਨਾ ਪਏਗਾ। ਅਤੇ ਡਰਾਇੰਗ ਰੂਮ ਵਿੱਚ ਬੈਠ ਕੇ ਉੱਚੀ ਉੱਚੀ ਵਿਰੋਧ ਜ਼ਾਹਰ ਕਰਨ ਦੇ ਨਾਲ ਕੁਛ ਨਹੀਂ ਹੋ ਸਕਦਾ। ਅਤੇ ਉਹ ਅਖੀਰ ਦੇ ਵਿੱਚ ਕਹਿੰਦੇ ਨੇ, ਡੀਅਰ ਇੰਡੀਅਨਸ, this article is highly thought inductive. It calls for a great deal of introspection and pricks one's conscience too. I am echoing J.F. Kennedy's words to his fellow Americans to relate to Indians. ਕੀ ਕਹਿੰਦੇ ਨੇ ਕਿ ਮੈਂ ਇਸ ਵਕਤ ਇਸ ਸੰਬੰਧ ਦੇ ਵਿੱਚ ਭਾਰਤੀ ਲੋਕਾਂ ਦੇ ਨਾਲ J.F. ਕੈਨੇਡੀ ਦੁਆਰਾ ਆਪਣੇ ਅਮਰੀਕੀ ਸਾਥੀਆਂ ਨੂੰ ਕਹੇ ਗਏ ਸ਼ਬਦਾਂ ਨੂੰ ਦੁਹਰਾਵਾਂਗਾ। ਇਹ ਪੁੱਛੋ ਕਿ ਅਸੀਂ ਭਾਰਤ ਦੇ ਲਈ ਕੀ ਕਰ ਸਕਦੇ ਹਾਂ ਅਤੇ ਉਹ ਕਰੋ ਜੋ ਭਾਰਤ ਨੂੰ ਉਸ ਵਰਗਾ ਬਣਾਉਣ ਲਈ ਸਾਨੂੰ ਕਰਨਾ ਪਵੇਗਾ ਜੋ ਅਮਰੀਕਾ ਅਤੇ ਦੂਜੇ ਪੱਛਮੀ ਦੇਸ਼ ਅੱਜ ਹਨ। ਆਓ ਅਸੀਂ ਉਹ ਕਰੀਏ ਜੋ ਭਾਰਤ ਸਾਡੇ ਤੋਂ ਚਾਹੁੰਦਾ ਹੈ। I will speak out the same wording this great man has uttered. Ask what we can do for India and do what has to be done to make India what America and other Western countries are today. Let us do what India needs for us. ਪਿਆਰੇ ਬੱਚਿਓ, ਇਹ ਮਹਾਨ ਸ਼ਖਸੀਅਤ ਜਿਸ ਨੂੰ ਕਿ ਦੇਸ਼ ਵਿਦੇਸ਼ਾਂ ਤੋਂ ਬਹੁਤ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਸਾਡੇ ਆਪਣੇ ਦੇਸ਼ ਦੇ ਪਦਮ ਸ਼੍ਰੀ, ਪਦਮ ਵਿਭੂਸ਼ਣ, ਭਾਰਤ ਰਤਨ ਵਰਗੇ ਇਨਾਮਾਂ ਦੇ ਨਾਲ ਇਹਨਾਂ ਦਾ ਸਨਮਾਨ ਹੋ ਚੁੱਕਾ ਹੈ। ਔਰ ਪਿਆਰੇ ਬੱਚਿਓ, 16 ਡਾਕਟਰੇਟ ਡਿਗਰੀਜ਼ ਇਹਨਾਂ ਦੇ ਕੋਲ ਸਨ। ਲੇਕਿਨ ਉਹਨਾਂ ਦਾ ਜੀਵਨ ਇੰਨਾ ਸਾਦਾ ਸੀ ਔਰ ਇਮਾਨਦਾਰੀ ਨਾਲ ਭਰਿਆ ਹੋਇਆ ਸੀ ਕਿ ਜਿਸ ਦੀ ਮਿਸਾਲ ਜਿਹੜੀ ਹੈ, ਜਿਸ ਦੀ ਉਦਾਹਰਨ ਜਿਹੜੀ ਹੈ ਉਹ ਮਿਲਣੀ ਬਹੁਤ ਦੁਰਲਭ ਹੈ। ਉਹਨਾਂ ਵਾਸਤੇ ਹੀ ਕਿਸੇ ਨੇ ਕਿਹਾ ਹੈ, तुम्हें अपनी बुलंदियों का एहसास नहीं, तुम अपने पर हंसते हो, कौन कहता है कि तुम सस्ते हो। वाकई इन्ना बुलंद किरदार हिंदुस्तान दे विच की पूरे विश्व दे विच मिलना बहुत मुश्किल है, जिस दी कथनी ते करनी दे विच जिहड़ा है कोई अंतर नहीं। थैंक यू वेरी मच। सो नाइस ऑफ यू।